ਸਤਿ ਸ਼੍ਰੀ ਅਕਾਲ। HSN ਨਿਊਜ਼ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ ਠਾਕੁਰ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਬਾਈਡਨ ਨੇ ਈਦ ਦੇ ਮੌਕੇ ਦਿੱਤੀ ਵਧਾਈ, ਕਿਹਾ ਦੁਨੀਆ ਭਰ ਦੇ ਵਿੱਚ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਫ੍ਰਿਜ਼ਨੋ ਸਿਟੀ ਕਾਲਜ ਦੇ ਵਿੱਚ ਮਨਾਇਆ ਗਿਆ ਏਸ਼ੀਅਨ ਫੀਸਟ, ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ। ਅਮਰੀਕਾ ਦੀ ਨਾਮਵਰ ਮਿਊਜ਼ਿਕ ਲੈਜੈਂਡ ਨਾਓਮੀ ਜੂਡ ਦਾ 76 ਸਾਲ ਦੀ ਉਮਰ ਦੇ ਵਿੱਚ ਹੋਇਆ ਦੇਹਾਂਤ। ਟੋਰਾਂਟੋ ਪੀਅਰਸਨ ਦੇ ਉੱਤੇ ਟਰੈਵਲਰਸ ਨੂੰ ਕਰਨਾ ਪੈ ਰਿਹਾ ਲੰਮਾ ਇੰਤਜ਼ਾਰ। ਸਟੈਟਿਸਟਿਕਸ ਪਲਾਂਟ ਦੇ ਵਿੱਚ ਫੈਡਰਲ ਤੇ ਓਨਟਾਰੀਓ ਸਰਕਾਰ ਨਿਵੇਸ਼ ਕਰੇਗੀ $1 ਬਿਲੀਅਨ। ਟਰੂਡੋ ਨੇ ਕੀਤੀ ਰੂਸ ਦੇ ਵਿਦੇਸ਼ ਮੰਤਰੀਆਂ ਦੀ ਟਿੱਪਣੀਆਂ ਦੀ ਨਿਖੇਧੀ। ਅੱਜ ਤੋਂ ਸ਼ੁਰੂ ਹੋਵੇਗੀ 4 ਧਾਮ ਦੀ ਯਾਤਰਾ। ਗੰਗੋਤਰੀ ਯਮੁਨੋਤਰੀ ਮੰਦਰਾਂ ਦੇ ਖੁੱਲਣਗੇ ਕਪਾਟ। ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ। ਪੀਐਮ ਮੋਦੀ ਨੇ ਜਰਮਨ ਕਾਰੋਬਾਰੀਆਂ ਨੂੰ ਭਾਰਤ ਦੇ ਨੌਜਵਾਨਾਂ ਦੇ ਵਿੱਚ ਨਿਵੇਸ਼ ਕਰਨ ਦੀ ਕੀਤੀ ਅਪੀਲ। ਤੋਮਰ ਤੇ ਮਾਂਡਵੀਆ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ। ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਪਤੀ ਨੇ ਖੋਇਆ ਆਪਾ, ਚੁੱਕਿਆ ਖੌਫਨਾਕ ਕਦਮ। ਭਾਰਤੀ ਭਾਈਚਾਰੇ ਦੇ ਸਮਾਗਮ ਦੇ ਵਿੱਚ 2024 ਮੋਦੀ ਵਨਸ ਮੋਰ ਦੇ ਨਾਅਰਿਆਂ ਦੇ ਨਾਲ ਗੂੰਜਿਆ ਬਰਲਿਨ। ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ ਉਲ ਫਿਤਰ ਦੀ ਵਧਾਈ, ਏਕਤਾ ਤੇ ਭਾਈਚਾਰੇ ਦਾ ਦਿੱਤਾ ਸੰਦੇਸ਼। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ਭਰ ਦੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਮੁਸਲਿਮ ਭਾਈਚਾਰੇ ਅਮਰੀਕਾ ਨੂੰ ਦਿਨ ਪ੍ਰਤੀ ਦਿਨ ਮਜ਼ਬੂਤ ਕਰ ਰਿਹਾ ਹੈ। ਹਾਲਾਂਕਿ ਇਹ ਖੁਦ ਸਮਾਜ ਦੇ ਵਿੱਚ ਅਸਲ ਚੁਣੌਤੀਆਂ ਤੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਬਾਈਡਨ ਨੇ ਇਹ ਗੱਲ ਵਾਈਟ ਹਾਊਸ ਦੇ ਵਿੱਚ ਈਦ ਉਲ ਫਿਤਰ ਦੇ ਮੌਕੇ ਦੇ ਉੱਤੇ ਕਹੀ। ਬਾਈਡਨ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਇੱਕ ਮੁਸਲਮਾਨ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਦੂਤਕਾਰ ਇੰਚਾਰਜ ਦੇ ਅਹੁਦੇ ਤੇ ਨਿਯੁਕਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਕਿਸੇ ਨੂੰ ਵੀ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਵਿੱਚ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਮਹਿਲਾ ਜਿਲ ਬਾਈਡਨ, ਮਸਜਿਦ ਦੇ ਇਮਾਮ ਮੁਹੰਮਦ ਡਾਕਟਰ ਤਾਲਿਬ ਸ਼ਰੀਫ ਅਤੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਰੂਜ਼ ਆਫਤਾਬ ਦੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ। ਬਾਈਡਨ ਨੇ ਕਿਹਾ ਕਿ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਵਿੱਚ ਅਸਮਰਥ ਨੇ, ਜਿਨ੍ਹਾਂ ਦੇ ਵਿੱਚ ਉਈਗਰ, ਰੋਹਿੰਗਿਆ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ ਜੋ ਅਕਾਲ, ਹਿੰਸਾ, ਸੰਘਰਸ਼ ਅਤੇ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਦੁਨੀਆ ਦੇ ਵਿੱਚ ਉਮੀਦ ਅਤੇ ਤਰੱਕੀ ਦੇ ਚਿੰਨ੍ਹਾਂ ਦਾ ਸਨਮਾਨ ਕਰੋ, ਜਿਸ ਦੇ ਵਿੱਚ ਜੰਗਬੰਦੀ ਵੀ ਸ਼ਾਮਲ ਹੈ, ਜਿਸ ਨੇ 6 ਸਾਲਾਂ ਦੇ ਵਿੱਚ ਪਹਿਲੀ ਵਾਰ ਯਮਨ ਦੇ ਵਿੱਚ ਲੋਕਾਂ ਨੂੰ ਰਮਜ਼ਾਨ ਅਤੇ ਈਦ ਸ਼ਾਂਤੀ ਦੇ ਵਿੱਚ ਮਨਾਉਣ ਦੀ ਇਜਾਜ਼ਤ ਦਿੱਤੀ ਹੈ। ਬਾਈਡਨ ਨੇ ਕਿਹਾ, ਪਰ ਨਾਲ ਹੀ ਸਾਨੂੰ ਇਹ ਵੀ ਸਵੀਕਾਰ ਕਰਨਾ ਹੋਵੇਗਾ ਕਿ ਵਿਦੇਸ਼ਾਂ ਅਤੇ ਇਸ ਦੇਸ਼ ਵਿੱਚ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਮੁਸਲਮਾਨ ਸਾਡੇ ਦੇਸ਼ ਨੂੰ ਹਰ ਦਿਨ ਮਜ਼ਬੂਤ ਬਣਾਉਂਦੇ ਨੇ, ਭਾਵੇਂ ਕਿ ਉਹਨਾਂ ਨੂੰ ਅਜੇ ਵੀ ਸਾਡੇ ਸਮਾਜ ਦੇ ਵਿੱਚ ਸਮਾਜ ਦੇ ਲਈ ਅਸਲ ਚੁਣੌਤੀਆਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਵਿੱਚ ਨਿਸ਼ਾਨਾ, ਹਿੰਸਾ ਅਤੇ ਇਸਲਾਮਾਫੋਬੀਆ ਸ਼ਾਮਲ ਹੈ। ਸਮਾਰਾਂ ਤੋਂ ਬਾਅਦ ਇੱਕ ਟਵੀਟ ਦੇ ਵਿੱਚ ਬਾਈਡਨ ਨੇ ਲਿਖਿਆ ਕਿ ਜਿਲ ਅਤੇ ਮੈਂ ਅੱਜ ਰਾਤ ਨੂੰ ਵਾਈਟ ਹਾਊਸ ਦੇ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਮਨਾ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਤੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਤਿਉਹਾਰ ਮਨਾਉਣ ਵਾਲੇ ਸਾਰਿਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ। ਈਦ ਮੁਬਾਰਕ। ਇਸ ਦੌਰਾਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਹਨਾਂ ਨੇ ਟਵੀਟ ਕੀਤਾ ਕਿ ਡਗਲਸ ਅਤੇ ਮੈਂ ਈਦ ਉਲ ਫਿਤਰ ਮਨਾਉਣ ਵਾਲੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ। ਹੈਰਿਸ ਦੇ ਪਤੀ ਦਾ ਨਾਮ ਡਗਲਸ ਐਮਹੌਫ ਹੈ। ਉਧਰ ਫ੍ਰਿਜ਼ਨੋ ਸਿਟੀ ਕਾਲਜ ਦੇ ਵਿੱਚ ਹਰ ਸਾਲ ਸਮੁੱਚੇ ਏਸ਼ੀਅਨ ਭਾਈਚਾਰੇ ਦੇ ਵੱਲੋਂ ਏਸ਼ੀਅਨ ਫੀਸਟ ਮਈ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਸਾਰੇ ਏਸ਼ੀਆਈ ਅਮਰੀਕੀ ਆਪਣੇ ਆਪਣੇ ਸੱਭਿਆਚਾਰ ਦੇ ਨਾਲ ਇਕੱਠੇ ਹੁੰਦੇ ਨੇ। ਇਸ ਦੌਰਾਨ ਏਸ਼ੀਅਨ ਭਾਈਚਾਰੇ ਦੇ ਕਲਾਕਾਰ ਆਪਣੀਆਂ ਕਲਾਤਮਕ ਕਲਾਵਾਂ ਤੇ ਭਾਈਚਾਰਕ ਸਾਂਝਾਂ ਦਾ ਖੁੱਲ੍ਹਾ ਪ੍ਰਦਰਸ਼ਨ ਵੀ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਪਹੁੰਚੇ ਸਮੂਹ ਹਾਜ਼ਰ ਲੋਕ ਵੱਖ-ਵੱਖ ਏਸ਼ੀਆਈ ਪਕਵਾਨਾਂ ਪ੍ਰਦਰਸ਼ਨੀਆਂ ਦਾ ਆਨੰਦ ਮਾਣਦੇ ਨੇ। ਇਸ ਸਾਲ ਸਿਟੀ ਕਾਲਜ ਦੇ ਡੀਸ ਗੁਰਮਿੰਦਰ ਸਿੰਘ ਸੰਘਾ ਦੇ ਸਹਿਯੋਗ ਦੇ ਨਾਲ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਅਤੇ ਜੈਕਾਰਾ ਲਹਿਰ ਦੇ ਸਮੂਹ ਮੈਂਬਰਾਂ ਨੇ ਅਮਰੀਕਨ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਆਪਣੀਆਂ ਸਿੱਖ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨੂੰ ਸਟੇਜ ਤੇ ਲਾਈਵ ਪੇਸ਼ ਕੀਤਾ। ਫ੍ਰਿਜ਼ਨੋ ਕਾਉਂਟੀ ਸਿਟੀ ਕਾਲਜ ਅਤੇ ਹੋਰ ਸ਼ਾਮਲ ਅਧਿਕਾਰੀਆਂ ਨੂੰ ਆਪਣੀ ਪਹਿਚਾਣ ਬਣਾਉਂਦੇ ਹੋਏ ਸਨਮਾਨ ਵੀ ਦਿੱਤੇ ਗਏ। ਇਹ ਪ੍ਰੋਗਰਾਮ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਲਾਈਵ ਗੱਤਕਾ ਦੇ ਪ੍ਰਦਰਸ਼ਨ ਦੇ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਜਸਕੀਤ ਕੌਰ ਅਤੇ ਉਹਨਾਂ ਦੀ ਟੀਮ ਨੇ ਸਿੱਖਾਂ ਦੀ ਪਛਾਣ ਕਰਨ ਬਾਰੇ ਪੇਸ਼ਕਾਰੀ ਵੀ ਦਿੱਤੀ। ਇਸ ਤੋਂ ਬਾਅਦ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਸੁਖਦੇਵ ਸਿੰਘ ਚੀਮਾ ਅਤੇ ਰਾਜਵਿੰਦਰਪਾਲ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਸਿੱਖ ਵਲੰਟੀਅਰਾਂ ਦੇ ਦਸਤਾਰ ਸਜਾਉਣ ਦਾ ਪ੍ਰਦਰਸ਼ਨ ਵੀ ਕੀਤਾ। ਸਿਟੀ ਕਾਲਜ ਫ੍ਰਿਜ਼ਨੋ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀਆਂ ਦੇ ਨਾਲ ਪੁਲਿਸ ਅਧਿਕਾਰੀਆਂ ਨੇ ਵੀ ਸਟੇਜ ਤੇ ਲਾਈਵ ਦਸਤਾਰ ਸਜਾਉਣ ਵਾਲੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਇਸ ਦੌਰਾਨ ਸਿਟੀ ਕਾਲਜ ਦੇ ਡੀਨ ਗੁਰਮਿੰਦਰ ਸਿੰਘ ਸੰਘਾ ਨੇ ਸਿੱਖ ਧਰਮ ਦੇ ਵਿੱਚ ਦਸਤਾਰ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤਰ੍ਹਾਂ ਏਸ਼ੀਅਨ ਫੀਸਟ ਆਪਸੀ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦੀ ਹੋਈ ਯਾਦਗਾਰੀ ਹੋ ਕੇ ਨਿਬੜੀ। ਉਧਰ ਅਮਰੀਕਾ ਦੇ ਦੇਸ਼ੀ ਸੰਗੀਤ ਦੀ ਮਸ਼ਹੂਰ ਜੋੜੀ ਨਾਓਮੀ ਜੂਡ ਦੇ ਬੀਤੇ ਦਿਨੀ ਮੌਤ ਹੋ ਗਈ। ਉਹਨਾਂ ਦੀ ਧੀ ਐਸ਼ਲੇ ਜੂਡ ਨੇ ਬੀਤੇ ਦਿਨੀ ਸ਼ਨੀਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਉਹ 76 ਸਾਲ ਦੀ ਸੀ। ਐਸ਼ਲੇ ਜੂਡ ਦੇ ਟਵਿੱਟਰ ਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਭੈਣਾਂ ਨੇ ਇੱਕ ਤਰਾਸਦੀ ਦਾ ਅਨੁਭਵ ਕੀਤਾ। ਅਸੀਂ ਮਾਨਸਿਕ ਰੋਗ ਦੀ ਬਿਮਾਰੀ ਦੇ ਨਾਲ ਆਪਣੀ ਸੁੰਦਰ ਮਾਂ ਨੂੰ ਗੁਆ ਦਿੱਤਾ ਹੈ। ਅਸੀਂ ਟੁੱਟ ਚੁੱਕੇ ਹਾਂ। ਐਸ਼ਲੇ ਜੂਡ ਨੇ ਟਵਿੱਟਰ ਤੇ ਇੱਕ ਬਿਆਨ ਦੇ ਵਿੱਚ ਇਸ ਦੀ ਸੂਚਨਾ ਦਿੱਤੀ ਅਤੇ ਮੌਤ ਦੀ ਪੁਸ਼ਟੀ ਕੀਤੀ। ਐਸ਼ਲੇ ਜੂਡ ਦੇ ਮੁਤਾਬਕ ਅਸੀਂ ਡੂੰਘੇ ਦੁੱਖ ਨੂੰ ਨੈਵੀਗੇਟ ਕਰ ਰਹੇ ਹਾਂ ਤੇ ਜਾਣਦੇ ਹਾਂ ਕਿ ਜਿਵੇਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ, ਉਹਨਾਂ ਨੂੰ ਉਸਦੇ ਪ੍ਰਸ਼ੰਸਕ
ਦਰਸ਼ਕਾਂ ਦੇ ਦੁਆਰਾ ਪਿਆਰ ਕੀਤਾ ਗਿਆ ਸੀ। ਅਸੀਂ ਅਣਜਾਣ ਖੇਤਰ ਦੇ ਵਿੱਚ ਹਾਂ। ਵਿਨੋਨਾ ਜੂਡ ਅਤੇ ਨਾਓਮੀ ਜੂਡ ਦਾ ਜੂਡਸ ਦੇ 11 ਅਪ੍ਰੈਲ 2022 ਨੂੰ ਨੈਸ਼ਵਿਲ ਟੈਨੇਸੀ ਦੇ ਵਿੱਚ ਨੈਸ਼ਨਲ ਮਿਊਨਿਸਪਲ ਆਡੀਟੋਰੀਅਮ ਦੇ ਵਿੱਚ 2022 CMT ਸੰਗੀਤ ਅਵਾਰਡਾਂ ਦੇ ਵਿੱਚ ਸ਼ਾਮਲ ਹੋਏ। ਮਾਮਾ ਹੀ ਕ੍ਰੇਜ਼ੀ ਅਤੇ ਲਵ ਕੈਨ ਬਿਲਡ ਏ ਬ੍ਰਿਜ ਅਤੇ 20 ਮਿਲੀਅਨ ਤੋਂ ਵੀ ਵੱਧ ਰਿਕਾਰਡਾਂ ਦੀ ਵਿਕਰੀ ਸਮੇਤ ਪ੍ਰਮੁੱਖ ਹਿੱਟ ਗੀਤ ਦਿੱਤੇ। ਛੋਟੀ ਧੀ ਐਸ਼ਲੇ ਜੂਡ ਬਾਅਦ ਦੇ ਵਿੱਚ ਇੱਕ ਅਭਿਨੇਤਰੀ ਦੇ ਵਜੋਂ ਆਪਣੇ ਆਪ ਦੇ ਵਿੱਚ ਇੱਕ ਮਸ਼ਹੂਰ ਬਣ ਗਈ। 7 ਸਾਲਾਂ ਦੇ ਦੌਰਾਨ ਕੰਟਰੀ ਮਿਊਜ਼ਿਕ ਹਾਲ ਆਫ ਫੇਮ ਦੇ ਅਨੁਸਾਰ ਤਾਂ ਜੱਜਸ ਨੇ 5 ਗ੍ਰੈਮੀ ਜਿੱਤੇ ਅਤੇ 14 ਨੰਬਰ 1 ਸਿੰਗਲ ਸਨ। 2011 ਦੇ ਵਿੱਚ ਵਿਦਾਇਗੀ ਦੌਰੇ ਵਜੋਂ ਜੋ ਬਿੱਲ ਦਿੱਤਾ ਗਿਆ ਸੀ ਉਹ ਜੂਡਸ ਨੇ ਪੂਰਾ ਕੀਤਾ, ਪਰ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ 10 ਤਾਰੀਖ ਦਾ ਅੰਤਿਮ ਟੂਰ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਤੈਅ ਕੀਤਾ ਗਿਆ ਸੀ। ਉਹਨਾਂ ਨੇ ਇਕੱਠੇ ਜਨਤਕ ਪ੍ਰਦਰਸ਼ਨ ਕੀਤਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ CMT ਸੰਗੀਤ ਅਵਾਰਡਸ ਦੇ ਵਿੱਚ ਸਾਲਾਂ ਦੇ ਵਿੱਚ ਪਹਿਲੀ ਵਾਰ ਨਾਓਮੀ ਜੂਡ ਤੇ ਵਿਨੋਨਾ ਤੋਂ ਆਪਣੀ ਉਦਾਸੀ ਅਤੇ ਬ੍ਰੇਕ ਬਾਰੇ ਗੱਲ ਕੀਤੀ। ਇਸ ਜੋੜੀ ਨੂੰ ਐਤਵਾਰ ਨੂੰ ਕੰਟਰੀ ਮਿਊਜ਼ਿਕ ਹਾਲ ਆਫ ਫੇਮ ਦੇ ਵਿੱਚ ਸ਼ਾਮਲ ਕੀਤਾ ਜਾਣਾ ਸੀ। ਨਾਓਮੀ ਜੂਡ ਦਾ ਜਨਮ ਕੈਂਟਕੀ ਦੇ ਵਿੱਚ ਜਨਵਰੀ 1946 ਦੇ ਵਿੱਚ ਜਨਮ ਹੋਇਆ ਸੀ। ਵੈਬਸਾਈਟ ਦੇ ਅਨੁਸਾਰ ਉਹਨਾਂ ਦਾ ਅਗਲਾ ਸਿੰਗਲ ਮਾਮਾ ਹੀ ਇਜ਼ ਕ੍ਰੇਜ਼ੀ ਕੰਟਰ ਰੇਡੀਓ ਤੇ ਨੰਬਰ 1 ਗੀਤ ਬਣ ਗਿਆ ਅਤੇ 1984 ਦੇ ਵਿੱਚ ਜੱਜਸ ਨੂੰ ਆਪਣਾ ਪਹਿਲਾ ਗ੍ਰੈਮੀ ਜਿੱਤਿਆ। 2016 ਦੇ ਵਿੱਚ ਨਾਓਮੀ ਜੂਡ ਨੇ ਇੱਕ ਪੇਸ਼ਕਾਰੀ ਦੇ ਦੌਰਾਨ ਮਾਨਸਿਕ ਬਿਮਾਰੀ ਦੇ ਬਾਰੇ ਗੱਲ ਕੀਤੀ ਸੀ। ਉਧਰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਬਾਹਰ ਜਾਣ ਵਾਲੇ ਟਰੈਵਲਰਸ ਨੂੰ ਸਿਕਿਉਰਿਟੀ ਤੋਂ ਲੰਘਣ ਸਮੇਂ ਦੇਰ ਹੋਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਟਰੈਵਲਰਸ ਨੂੰ ਆਪਣੀਆਂ ਫਲਾਈਟਸ ਤੱਕ ਪਹੁੰਚਣ ਦੇ ਲਈ ਲਾਈਨਾਂ ਦੇ ਵਿੱਚ ਲੱਗ ਕੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। 에ਅਰਪੋਰਟ ਦੇ ਬੁਲਾਰੇ ਟੋਰੀ ਗੈਸ ਨੇ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਸਿਕਿਉਰਿਟੀ ਚੈੱਕ ਪੁਆਇੰਟਸ ਉੱਤੇ ਟੋਰਾਂਟੋ ਪੀਅਰਸਨ ਦੇ ਉੱਤੇ ਯਾਤਰੀਆਂ ਨੂੰ ਉਮੀਦ ਦੇ ਨਾਲੋਂ ਕਿਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਹਨਾਂ ਨੇ ਆਖਿਆ ਕਿ ਅਸੀਂ ਪੈਸੇਂਜਰਸ ਨੂੰ ਅਪੀਲ ਕਰਦੇ ਹਾਂ ਕਿ ਉਹ ਸਬਰ ਤੋਂ ਕੰਮ ਲੈਣ ਤੇ 에ਅਰਪੋਰਟ ਜਲਦੀ ਪਹੁੰਚਣ। ਇਸ ਦੇਰੀ ਦਾ ਕਾਰਨ ਪੁੱਛੇ ਜਾਣ ਤੇ ਕੈਨੇਡੀਅਨ 에ਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਟਾਫ ਦੀ ਘਾਟ ਦੇ ਨਾਲ ਜੂਝਣਾ ਪੈ ਰਿਹਾ ਹੈ। ਏਜੰਸੀ ਨੇ ਆਖਿਆ ਕਿ ਉਹ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਤੋਂ ਬਚਣ ਦੇ ਲਈ ਵੱਧ ਸਟਾਫ ਭਰਤੀ ਕਰਨ ਅਤੇ 에ਅਰਲਾਈਨ ਪਾਰਟਨਰਸ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਜਾਰੀ ਰੱਖਣਗੇ। ਏਜੰਸੀ ਨੇ ਵੀ ਆਖਿਆ ਕਿ ਮਹਾਮਾਰੀ ਤੋਂ ਪਹਿਲਾਂ ਸਰਹੱਦੋਂ ਪਾਰਲੇ ਘਰੇਲੂ ਤੇ ਕੌਮਾਂਤਰੀ ਚੈੱਕ ਪੁਆਇੰਟਸ ਦੇ ਦਰਮਿਆਨ ਸਰੋਤਾਂ ਦੀ ਵਰਤੋਂ ਬਿਹਤਰ ਢੰਗ ਦੇ ਨਾਲ ਹੁੰਦੀ ਸੀ, ਪਰ 에ਅਰ ਟਰੈਵਲਰਸ ਮੁੜ ਸ਼ੁਰੂ ਹੋਣ ਦੇ ਨਾਲ ਟਰੈਵਲਰਸ ਦੀ ਆਵਾਜਾਈ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਨ ਇੱਕ ਸਮੇਂ ਉੱਤੇ ਇੱਕ ਸਿਕਿਉਰਿਟੀ ਪੁਆਇੰਟ ਦੇ ਉੱਤੇ ਪੈਸੇਂਜਰਸ ਦੀ ਭੀੜ ਪੈ ਰਹੀ ਹੈ। ਏਜੰਸੀ ਨੇ ਆਖਿਆ ਕਿ ਇਸ ਸਮੇਂ ਪੈਸੇਂਜਰਸ ਨੇ ਵੀ ਕਈ ਕੈਰੀ ਬੈਗਸ ਦੇ ਨਾਲ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਿਕਿਉਰਿਟੀ ਚੈੱਕ ਪੁਆਇੰਟਸ ਦੇ ਉੱਤੇ ਟਰੈਵਲਰਸ ਨੂੰ ਪ੍ਰੋਸੈਸਿੰਗ ਦੇ ਵਿੱਚ ਲੰਬਾ ਸਮਾਂ ਲੱਗਦਾ ਹੈ। ਉਧਰ ਕੈਨੇਡਾ ਦੇ ਓਨਟਾਰੀਓ ਦੇ ਵੱਲੋਂ ਇਲੈਕਟ੍ਰੀਕਲ ਵਹੀਕਲ ਬਣਾਉਣ ਦੇ ਲਈ ਕੈਨੇਡੀਅਨ ਆਟੋ ਪਲਾਂਟਸ ਦੇ ਵਿੱਚ ਨਵਾਂ ਸਾਜ਼ੋ ਸਮਾਨ ਲਾਉਣ ਵਾਸਤੇ ਸਟੈਟਿਸਟਿਕਸ ਦੀ ਮਦਦ ਦੇ ਲਈ ਸਾਂਝੇ ਤੌਰ ਦੇ ਉੱਤੇ $1 ਬਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇੱਕ ਸਾਲ ਪਹਿਲਾਂ ਫੀਏਟ ਕ੍ਰਾਈਸਲਰ ਤੇ ਫਰਾਂਸ ਦੇ ਗਰੁੱਪ PSA ਦੇ ਰਲੇਵੇ ਤੋਂ ਬਾਅਦ ਕਾਇਮ ਕੀਤੀ ਗਈ ਨਵੀਂ ਕੰਪਨੀ ਸਟੈਲੈਂਟਸਿਸ ਦੇ ਵੱਲੋਂ ਆਪਣੀ ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟਾਂ ਦੇ ਲਈ $2.6 ਬਿਲੀਅਨ ਦੀ ਰਕਮ ਹੋਰ ਨਿਵੇਸ਼ ਕੀਤੀ ਜਾਵੇਗੀ। ਵਿੰਡਸਰ ਦੇ ਬ੍ਰੈਂਪਟਨ ਸਥਿਤ ਸਟੈਟਲਿਟਸੀ ਦੇ ਪਲਾਂਟਸ ਦੇ ਵਿੱਚ ਬੈਟਰੀ, ਇਲੈਕਟ੍ਰੀਕਲ ਤੇ ਹਾਈਬ੍ਰਿਡ ਵਹੀਕਲ ਤਿਆਰ ਕਰਨ ਦੇ ਲਈ ਫਲੈਕਸੀਬਲ ਅਸੈਂਬਲੀ ਲਾਈਨਾਂ ਤਿਆਰ ਕਰਨਾ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ। ਸਟੈਲੈਂਟਸਿਸ ਦੇ ਵੱਲੋਂ ਵਿੰਡਸਰ ਦੇ ਵਿੱਚ ਰਿਸਰਚ ਫੈਸਿਲਿਟੀ ਦਾ ਪ੍ਰਸਾਰ ਵੀ ਕੀਤਾ ਜਾ ਰਿਹਾ ਤਾਂ ਕਿ ਬੈਟਰੀ ਪੈਕ ਫੈਸਟਿੰਗ ਹੱਬ ਤੇ ਇਲੈਕਟ੍ਰੀਕਲ ਵਹੀਕਲ ਰਿਸਰਚ ਸੈਂਟਰ ਬਣਾਇਆ ਜਾ ਸਕੇ। ਇਨੋਵੇਸ਼ਨ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਪੇਨ ਨੇ ਆਖਿਆ ਕਿ ਆਟੋ ਸੈਕਟਰ ਦੇ ਵਿੱਚ ਵੱਡੀ ਤਬਦੀਲੀ ਲਿਆਂਦੀ ਜਾ ਰਹੀ ਹੈ ਤੇ ਕੈਨੇਡਾ ਦੀ ਇੰਡਸਟਰੀ ਦੇ ਵੱਲੋਂ ਇਸ ਵੱਡੇ ਬਦਲਾਅ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਸ਼ੈਂਪੇਨ ਨੇ ਕਿਹਾ ਕਿ ਮੇਡ ਇਨ ਕੈਨੇਡਾ ਇਲੈਕਟ੍ਰੀਕਲ ਵਾਹਨਾਂ ਦੇ ਲਈ ਇੱਕ ਵੱਡਾ ਮੀਲ ਪੱਥਰ ਹੈ। ਕੈਨੇਡਾ ਇਸ ਦੇ ਲਈ $529 ਮਿਲੀਅਨ ਤੇ ਓਨਟਾਰੀਓ $513 ਮਿਲੀਅਨ ਦਾ ਨਿਵੇਸ਼ ਕਰੇਗਾ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਦੇ ਵੱਲੋਂ ਪਿੱਛੇ ਜਿਹੇ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਹੈ। ਲੈਵਰੋਵ ਨੇ ਆਖਿਆ ਕਿ ਦੇਸ਼ ਦਾ ਟੀਚਾ ਯੂਕਰੇਨ ਨੂੰ ਨਾਜ਼ੀ ਪ੍ਰਭਾਵ ਤੋਂ ਮੁਕਤ ਕਰਵਾਉਣਾ ਹੈ ਤੇ ਉਹਨਾਂ ਦੇ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਹਿਟਲਰ ਖੁਦ ਯਹੂਦੀ ਸੀ। ਇੱਕ ਇੰਟਰਵਿਊ ਦੇ ਵਿੱਚ ਲੈਵਰੋਵ ਤੋਂ ਇਹ ਪੁੱਛਿਆ ਗਿਆ ਕਿ ਰੂਸ ਇਹ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਉਹ ਯੂਕਰੇਨ ਤੋਂ ਨਾਜ਼ੀ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਆਪ ਯਹੂਦੀ ਨੇ। ਇਸ ਦੇ ਲਈ ਜਦੋਂ ਉਹ ਆਖਦੇ ਹਨ ਕਿ ਜੇ ਅਸੀਂ ਯਹੂਦੀ ਹਾਂ ਤਾਂ ਨਾਜ਼ੀਵਾਦ ਦੀ ਕੀ ਹੋਂਦ ਰਹਿ ਜਾਂਦੀ ਹੈ। ਇਸ ਉੱਤੇ ਲੈਵਰੋਵ ਨੇ ਆਖਿਆ ਕਿ ਉਹਨਾਂ ਦੇ ਵਿਚਾਰ ਦੇ ਮੁਤਾਬਕ ਹਿਟਲਰ ਆਪ ਵੀ ਯਹੂਦੀ ਪਿਛੋਕੜ ਦੇ ਨਾਲ ਜੁੜਿਆ ਹੋਇਆ ਤੇ ਇਸ ਕਰਕੇ ਇਸ ਤਰ੍ਹਾਂ ਦੀਆਂ ਤੁਕਾਂ ਦਾ ਕੋਈ ਮਤਲਬ ਨਹੀਂ ਬਣਦਾ। ਜ਼ਿਕਰਯੋਗ ਹੈ ਕਿ ਰੂਸ ਰਾਸ਼ਟਰਪਤੀ ਵਲੋਦੀਮੀਰ ਪੁਤਿਨ ਦੇ ਵੱਲੋਂ ਯੂਕਰੇਨ ਉੱਤੇ ਚੜ੍ਹਾਈ ਨੂੰ ਨਾਜ਼ੀ ਖਿਲਾਫ ਕਾਰਵਾਈ ਦੇ ਵਜੋਂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਤਿਨ ਦੂਜੀ ਵਿਸ਼ਵ ਜੰਗ ਦੇ ਵਿੱਚ ਜਰਮਨੀ ਨੂੰ ਹਰਾਉਣ ਦੇ ਲਈ ਰੂਸ ਦੇ ਇਤਿਹਾਸ ਨੂੰ ਯੂਕਰੇਨ ਦੇ ਖਿਲਾਫ ਵਰਤਦਿਆਂ ਹੋਇਆਂ ਘਰੇਲੂ ਪੱਧਰ ਉੱਤੇ ਸਮਰਥਨ ਜਤਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੈਵਰੋਵ ਦੀਆਂ ਅਜਿਹੀਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਹੋਇਆਂ ਟਰੂਡੋ ਨੇ ਓਨਟਾਰੀਓ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਕਿ ਇਹ ਸਭ ਗੱਲਾਂ ਊਟ ਪਟਾਂਗ ਨੇ ਅਤੇ ਇਸ ਤਰ੍ਹਾਂ ਦੀ ਸੋਚ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਟਰੂਡੋ ਨੇ ਆਖਿਆ ਕਿ ਕੈਨੇਡਾ ਦੇ ਸਮੇਤ ਸਹੀ ਦੋਸ਼ ਰੱਖਣ ਵਾਲੇ ਦੇਸ਼ਾਂ ਜਿਨ੍ਹਾਂ ਲੋਕਾਂ ਨੇ ਹੈਲੋਕਾਸਟ ਦੇ ਦਰਦ ਨੂੰ ਹੰਢਾਇਆ, ਹੇਟ ਕ੍ਰਾਈਮ ਦੇ ਵਿੱਚ ਹੋ ਰਹੇ ਵਾਧੇ, ਫਿਰ ਭਾਵੇਂ ਉਹ ਯਹੂਦੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਜਾਂ ਫਿਰ ਬਲੈਕ ਦੇ ਖਿਲਾਫ ਹੀ ਕਿਉਂ ਨਾ ਹੋਵੇ, ਉਹਨਾਂ ਨੂੰ ਇਹਨਾਂ ਗੱਲਾਂ ਦੀ ਸਖਤ ਨਿਖੇਧੀ ਕਰਨੀ ਚਾਹੀਦੀ ਹੈ।
ਉਧਰ ਚਾਰ ਧਾਮ ਯਾਤਰਾ ਮੰਗਲਵਾਰ ਯਾਨੀ ਕਿ 3 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਗੰਗੋਤਰੀ ਤੇ ਯਮਨੋਤਰੀ ਮੰਦਰਾਂ ਦੇ ਕਪਾਟ ਅੱਜ ਤੋਂ ਖੁੱਲ ਜਾਣਗੇ। ਇਸ ਦੌਰਾਨ ਚਾਰ ਧਾਮ ਯਾਤਰਾ ਦੇ ਲਈ ਕੋਵਿਡ ਦੀ ਨੈਗੇਟਿਵ ਟੈਸਟ ਰਿਪੋਰਟ ਜ਼ਰੂਰੀ ਨਹੀਂ ਹੋਵੇਗੀ। ਉੱਤਰਕਾਸ਼ੀ ਜ਼ਿਲ੍ਹੇ ਦੇ ਵਿੱਚ ਸਥਿਤ ਗੰਗੋਤਰੀ ਤੇ ਯਮਨੋਤਰੀ ਮੰਦਰਾਂ ਦੇ ਕਪਾਟ ਅੱਜ ਅਕਸ਼ੇ ਤ੍ਰਿਤੀਆ ਦੇ ਤਿਉਹਾਰ ਤੇ ਕਪਾਟ ਖੁੱਲਣ ਦੇ ਨਾਲ ਇਸ ਸਾਲ ਦੀ ਚਾਰ ਧਾਮ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਜਾਵੇਗੀ। ਕੇਦਾਰਨਾਥ ਦੇ ਕਪਾਟ ਜਿੱਥੇ 6 ਮਈ ਨੂੰ ਖੁੱਲਣਗੇ, ਉੱਥੇ ਹੀ ਬਦਰੀਨਾਥ ਮੰਦਿਰ ਦੇ ਕਪਾਟ 8 ਮਈ ਨੂੰ ਖੁੱਲਣਗੇ। ਅੱਜ ਅਕਸ਼ੇ ਤ੍ਰਿਤੀਆ ਦੇ ਤਿਉਹਾਰ ਮੌਕੇ ਗੰਗੋਤਰੀ ਧਾਮ ਦੇ ਕਪਾਟ ਸਵੇਰੇ 11:15 ਵਜੇ ਖੁੱਲਣਗੇ। ਇਸ ਦੇ ਨਾਲ ਹੀ ਯਮੁਨੋਤਰੀ ਧਾਮ ਦੇ ਕਪਾਟ ਦੁਪਹਿਰ 12:15 ਵਜੇ ਖੁੱਲਣਗੇ। ਪਿਛਲੇ 2 ਸਾਲਾਂ ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਵਿਘਨ ਪੈ ਰਹੀ ਚਾਰ ਧਾਮ ਯਾਤਰਾ ਦੇ ਵਿੱਚ ਇਸ ਸਾਲ ਰਿਕਾਰਡ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੇ ਚਾਰ ਧਾਮਾਂ ਦੇ ਵਿੱਚ ਰੋਜ਼ਾਨਾ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਦੀ ਗਿਣਤੀ ਤੈਅ ਕਰ ਦਿੱਤੀ ਹੈ। ਅੱਜ ਅਕਸ਼ੇ ਤ੍ਰਿਤੀਆ ਦੇ ਤਿਉਹਾਰ ਦੇ ਸ਼ੁਰੂ ਹੋਣ ਵਾਲੀ ਯਾਤਰਾ ਦੇ ਦੌਰਾਨ ਹਰ ਰੋਜ਼ ਵੱਧ ਤੋਂ ਵੱਧ 15,000 ਸ਼ਰਧਾਲੂ ਬਦਰੀਨਾਥ, 12,000 ਕੇਦਾਰਨਾਥ, 7,000 ਗੰਗੋਤਰੀ ਤੇ 4,000 ਤੇ ਯਮੁਨੋਤਰੀ ਦੇ ਦਰਸ਼ਨ ਕਰ ਸਕਣਗੇ। ਫਿਲਹਾਲ ਇਹ ਵਿਵਸਥਾ ਪਹਿਲੇ 45 ਦਿਨਾਂ ਦੇ ਲਈ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਾਰ ਧਾਮ ਯਾਤਰਾ ਦੇ ਰੂਟਾਂ ਤੇ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਵਾਹਨਾਂ ਦੀ ਆਵਾਜਾਈ ਬੰਦ ਰਹਿਣ ਦਾ ਵੀ ਫੈਸਲਾ ਕੀਤਾ ਗਿਆ। ਇਸ ਸਾਲ ਚਾਰ ਧਾਮ ਯਾਤਰਾ ਦੇ ਲਈ ਉੱਤਰਾਖੰਡ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਜਾਂ ਟੀਕਾਕਰਨ ਸਰਟੀਫਿਕੇਟ ਲੈ ਕੇ ਜਾਣਾ ਲਾਜ਼ਮੀ ਨਹੀਂ ਹੈ। ਤੀਰਥ ਯਾਤਰਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਸੈਰ ਸਪਾਟਾ ਵਿਭਾਗ ਦੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੋਵੇਗਾ। ਕੋਵਿਡ ਦੀ ਨੈਗੇਟਿਵ ਟੈਸਟ ਰਿਪੋਰਟ ਜਾਂ ਫਿਰ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਅਗਲੇ ਹੁਕਮਾਂ ਤੱਕ ਲਾਜ਼ਮੀ ਨਹੀਂ ਹੋਵੇਗੀ। ਅਜਿਹਾ ਇਸ ਦੇ ਲਈ ਕੀਤਾ ਜਾ ਰਿਹਾ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਜਾਣ ਤੇ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੂਬੇ ਦੀਆਂ ਸਰਹੱਦਾਂ ਤੇ ਭੀੜ ਨਾ ਜਮ੍ਹਾਂ ਹੋਵੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਤੇ ਜਰਮਨ ਉਦਯੋਗਪਤੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਭਾਰਤ ਦੇ ਨੌਜਵਾਨਾਂ ਦੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਨਾਲ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਯੂਰਪ ਦੇ 3 ਦੇਸ਼ਾਂ ਦੇ ਦੌਰੇ ਤੇ ਪਹਿਲੇ ਪੜਾਅ ਦੇ ਵਿੱਚ ਸੋਮਵਾਰ ਸਵੇਰੇ ਇੱਥੇ ਪਹੁੰਚੇ ਮੋਦੀ ਨੇ ਜਰਮਨ ਦੇ ਚਾਂਸਲਰ ਉਲਾਫ ਸਕੋਲਜ਼ ਦੇ ਨਾਲ ਵਪਾਰਕ ਗੋਲਮੇਜ਼ ਬੈਠਕ ਦੀ ਸਹਿ ਪ੍ਰਧਾਨਗੀ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਦੁਆਰਾ ਕੀਤੇ ਗਏ ਵਿਆਪਕ ਸੁਧਾਰਾਂ ਤੇ ਜ਼ੋਰ ਦਿੱਤਾ ਅਤੇ ਭਾਰਤ ਦੇ ਵਿੱਚ ਸਟਾਰਟਅਪ ਅਤੇ ਯੂਨੀਕੌਰਨ ਦੀ ਵੱਧ ਰਹੀ ਗਿਣਤੀ ਨੂੰ ਰੇਖਾਂਕਿਤ ਕੀਤਾ। ਉਹਨਾਂ ਨੇ ਉਦਯੋਗਪਤੀਆਂ ਨੂੰ ਭਾਰਤ ਦੇ ਨੌਜਵਾਨਾਂ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਸਮਾਗਮ ਦੇ ਵਿੱਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਚ ਨੁਮਾਇੰਦਗੀਆਂ ਅਤੇ ਦੋਹਾਂ ਪਾਸਿਆਂ ਦੇ ਚੁਣੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜਲਵਾਯੂ ਸਹਿਯੋਗ, ਸਪਲਾਈ ਚੇਨ, ਖੋਜ ਅਤੇ ਵਿਕਾਸ ਵਰਗੇ ਵਿਸ਼ਿਆਂ ਤੇ ਚਰਚਾ ਕੀਤੀ ਗਈ। ਭਾਰਤੀ ਵਪਾਰਕ ਵਫਦ ਦੀ ਅਗਵਾਈ CII ਦੇ ਚੇਅਰਮੈਨ ਅਤੇ ਬਜਾਜ ਫਿਨਸਰਵ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਬਜਾਜ ਨੇ ਕੀਤੀ। ਬਾਬਾ ਐਨ ਕਲਿਆਣੀ, CK ਬਿਰਲਾ, ਪੁਨੀਤ ਚਤਵਾਲ, ਸਲਿਲ ਸਿੰਘਲ, ਸੁਮੰਤ ਸਿਨਹਾ, ਦਿਨੇਸ਼ ਖਾਰਾ, CP ਗੁਰਨਾਨੀ ਅਤੇ ਦੀਪਕ ਭਾਗਲਾ ਭਾਰਤੀ ਵਫਦ ਦਾ ਹਿੱਸਾ ਹਨ। ਜਰਮਨ ਵਪਾਰਕ ਵਫਦ ਦੇ ਵਿੱਚ ਸੀਮੈਂਸ, BASF, ਬੋਸ਼, ਵੋਕਸਵੈਗਨ, GFT ਟੈਕਨੋਲੋਜੀਜ਼, ਸ਼ੈਫਲਰ ਅਤੇ ਡਿਸ਼ੂਜ਼ ਬੈਂਕ ਦੇ ਪ੍ਰਤੀਨਿਧੀ ਸ਼ਾਮਲ ਨੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਸਾਡੇ ਵਪਾਰਕ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਲਾਫ ਸਕੋਲਜ਼ ਨੇ ਭਾਰਤੀ ਤੇ ਜਰਮਨ ਕੰਪਨੀਆਂ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਭਾਰਤ ਜਰਮਨ ਆਰਥਿਕ ਅਤੇ ਵਪਾਰਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਮੋਦੀ ਦੀ ਯਾਤਰਾ ਯੂਕਰੇਨ ਸੰਕਟ ਦੇ ਵਿਚਾਲੇ ਹੋ ਰਹੀ ਹੈ, ਜਿਸ ਨੇ ਯੂਰਪ ਦੇ ਜ਼ਿਆਦਾਤਰ ਹਿੱਸੇ ਨੂੰ ਰੂਸ ਦੇ ਖਿਲਾਫ ਇਕਜੁੱਟ ਕਰ ਦਿੱਤਾ। ਇਸ ਬੈਠਕ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਦਰਮਿਆਨ 6ਵੀਂ ਅੰਤਰ ਸਰਕਾਰੀ ਸਲਾਹ ਮਸ਼ਵਰੇ ਦੀ ਸਹਿ ਪ੍ਰਧਾਨਗੀ ਕਰਨ ਤੋਂ ਬਾਅਦ ਸਕੋਲਜ਼ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਯੁੱਧ ਦੇ ਮਾਨਵਤਾਵਾਦੀ ਪ੍ਰਭਾਵ ਨੂੰ ਲੈ ਕੇ ਚਿੰਤਤ ਨੇ ਰੂਸ ਦੇ ਯੂਕਰੇਨ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ। ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਕੇਂਦਰੀ ਰਸਾਇਣ ਤੇ ਖਾਦ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਖਾਦਾਂ ਦੀ ਸਥਿਤੀ ਦੇ ਬਾਰੇ ਇੱਕ ਸਮੀਖਿਆ ਮੀਟਿੰਗ ਦੀ ਸਾਂਝੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਸੀਜ਼ਨ 2022 ਦੇ ਲਈ ਫਾਸਫੈਟਿਕ ਅਤੇ ਪੋਟਾਸਿਕ ਖਾਦਾਂ ਦੇ ਲਈ ਪੌਸ਼ਟਿਕ ਆਧਾਰਿਤ ਸਬਸਿਡੀ ਦਰਾਂ ਦੇ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮੌਕੇ ਤੇ ਬੋਲਦਿਆਂ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਯੂਰੀਆ, DAP ਅਤੇ NPK ਤੇ ਹੋਰ ਖਾਦਾਂ ਦੀ ਸਪਲਾਈ ਦੀ ਆਪੂਰਤੀ ਦੇ ਵਿੱਚ ਸਰਕਾਰ ਦੇ ਸਰਗਰਮ ਕਦਮਾਂ ਦੇ ਨਾਲ-ਨਾਲ ਵਰਤਮਾਨ ਦੇ ਵਿੱਚ ਸਾਡੇ ਕੋਲ ਇਸ ਸਾਉਣੀ ਦੇ ਸੀਜ਼ਨ ਦੇ ਲਈ ਮੰਗ ਨਾਲੋਂ ਖਾਦਾਂ ਦੀ ਸਪਲਾਈ ਦੇ ਲਈ ਵੱਧ ਸਟਾਕ ਹੈ। ਉਹਨਾਂ ਨੇ ਸੂਬਿਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਕਿਸਾਨਾਂ ਨੂੰ ਉਪਲਬਧਤਾ ਦੇ ਸੰਬੰਧ ਦੇ ਵਿੱਚ ਢੁਕਵੀਂ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਦੇ ਰਹਿਣ ਅਤੇ ਖਾਦ ਸਟਾਕ ਦੇ ਨਾਲ ਸੰਬੰਧਿਤ ਕਿਸੇ ਵੀ ਘਬਰਾਹਟ ਦੀ ਸਥਿਤੀ ਜਾਂ ਫਿਰ ਗਲਤ ਜਾਣਕਾਰੀ ਪੈਦਾ ਨਾ ਕਰਨ। ਜਮਾਖੋਰੀ, ਕਾਲਾਬਾਜ਼ਾਰੀ ਤੇ ਖਾਦਾਂ ਦੀ ਵੰਡ ਦੇ ਵਿੱਚ ਹੇਰਾਫੇਰੀ ਦੇ ਨਾਲ ਨਜਿੱਠਣ ਦੀ ਲੋੜ ਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹੇ ਹਾਲਾਤ ਦੇ ਵਿੱਚ ਸਰਕਾਰ ਸਖਤ ਕਾਰਵਾਈ ਕਰੇਗੀ। ਉਹਨਾਂ ਨੇ ਰਾਜਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਖਾਦਾਂ ਦੀ ਮਾਰਕੀਟ ਦੇ ਵਿੱਚ ਹਾਲ ਹੀ ਦੇ ਵਿੱਚ ਰੁਝਾਨਾਂ ਤੇ ਵਿਕਲਪਕ ਖਾਦਾਂ ਦੇ ਨੈਨੋ ਯੂਰੀਆ ਦੀ ਵਰਤੋਂ ਵਰਗੇ ਖੇਤੀ ਅਭਿਆਸਾਂ ਬਾਰੇ ਜਾਗਰੂਕ ਕੀਤਾ ਜਾਵੇ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਵੀ ਕੀਤਾ ਜਾਵੇ। ਕੇਂਦਰੀ ਮੰਤਰੀ ਨੇ ਦੱਸਿਆ ਕਿ ਡੀ-ਅਮੋਨੀਅਮ ਫਾਸਫੇਟ ਤੇ ਇਸ ਦੇ ਕੱਚੇ ਮਾਲ ਦੀ ਅੰਤਰਰਾਸ਼ਟਰੀ ਕੀਮਤਾਂ ਦੇ ਵਿੱਚ ਵਾਧਾ ਮੁੱਖ ਤੌਰ ਤੇ ਕੇਂਦਰ ਸਰਕਾਰ ਦੁਆਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਨੇ ਰੁਪਏ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਬਸਿਡੀ 1650
रुपए प्रति बैग की बजाय DAP ਤੇ 2501 प्रति थैला है, जो कि पिछले साल ਦੇ ਸਬਸਿਡੀ ਦਰਾਂ ਨਾਲੋਂ 50% ਵੱਧ ਹੈ। DAP ਅਤੇ ਇਸ ਦੇ ਕੱਚੇ ਮਾਲ ਦੀਆਂ ਕੀਮਤਾਂ ਦੇ ਵਿੱਚ ਲਗਭਗ 80% ਵਾਧਾ ਹੋਇਆ। ਉਹਨਾਂ ਨੇ ਅੱਗੇ ਵੀ ਕਿਹਾ ਕਿ ਇਹ ਕਿਸਾਨਾਂ ਨੂੰ ਰੈਤੀ, ਕਿਫਾਇਤੀ ਤੇ ਵਾਜਬ ਦਰਾਂ ਤੇ ਨੋਟੀਫਾਈਡ P&K ਖਾਦ ਪ੍ਰਾਪਤ ਕਰਨ ਤੇ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਦੇ ਵਿੱਚ ਮਦਦ ਕਰੇਗਾ। ਬੈਠਕ ਦੀ ਸਮਾਪਤੀ ਕਰਦਿਆਂ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਮਾਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਬਾਵਜੂਦ ਅਸੀਂ ਸਬਸਿਡੀਆਂ ਵਧਾ ਕੇ ਖਾਦਾਂ ਦੀਆਂ ਕੀਮਤਾਂ ਨੂੰ ਬਹੁਤ ਘੱਟ ਰੇਟ ਤੇ ਰੱਖਣ ਦੇ ਵਿੱਚ ਕਾਮਯਾਬ ਰਹੇ ਹਾਂ, ਤਾਂ ਜੋ ਸਾਡੇ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਸਾਲ ਕਿਸਾਨਾਂ ਨੂੰ ਕਰੀਬ 2.5 ਲੱਖ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਸਾਨੂੰ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਜ਼ਮੀਨੀ ਪੱਧਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕੀਤੀ ਜਾ ਸਕੇ। ਉਹਨਾਂ ਨੇ ਰਾਜਾਂ ਨੂੰ ਇਹ ਵੀ ਤਾਕੀਦ ਕੀਤੀ ਹੈ ਕਿ ਹਰ ਜ਼ਿਲ੍ਹਾ ਪੱਧਰ ਤੇ ਕਿੰਨੀ ਖਾਦ ਉਪਲਬਧ ਤੇ ਲੋੜੀਂਦੀ ਹੈ, ਇਸ ਗੱਲ ਤੇ ਨਜ਼ਰ ਰੱਖਣ ਦੇ ਹਰੇਕ ਕਿਸਾਨ ਤੇ ਕਿੰਨੀ ਖਾਦ ਖਰੀਦੀ ਹੈ, ਤਾਂ ਜੋ ਕਿਸੇ ਵਿਭਿੰਨਤਾ ਜਾਂ ਕਾਲਾਬਾਜ਼ਾਰੀ ਤੋਂ ਬਚਿਆ ਜਾ ਸਕੇ। ਉਧਰ ਸਬ ਡਿਵੀਜ਼ਨ ਪਾਤੜਾ ਅਧੀਨ ਪੈਂਦੇ ਪਿੰਡ ਦੇਦਨਾ ਦੇ ਇੱਕ ਨੌਜਵਾਨ ਨੇ ਪਤਨੀ ਦੇ ਨਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਦੇ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਦੇ ਅਨੁਸਾਰ ਉਸਦੇ ਭਰਾ ਜਗਸੀਰ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ, ਜਿਸ ਦੇ ਪਿੰਡ ਦੀ ਹੀ ਰਹਿਣ ਵਾਲੇ ਗੁਰਪਿਆਰ ਸਿੰਘ ਦੇ ਨਾਲ ਨਜਾਇਜ਼ ਸੰਬੰਧ ਬਣ ਗਏ, ਜਿਸ ਨੇ ਬੀਤੇ ਦਿਨੀ ਭਰਾ ਜਗਦੀਸ਼ ਨੂੰ ਦੱਸਿਆ ਕਿ ਜਦੋਂ ਉਹ ਦੁਪਹਿਰ ਸਮੇਂ ਆਪਣੇ ਘਰ ਆਇਆ ਤਾਂ ਦੇਖਿਆ ਕਿ ਗੁਰਪਿਆਰ ਸਿੰਘ ਉਸਦੀ ਪਤਨੀ ਮਨਪ੍ਰੀਤ ਕੌਰ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਪਿਆ ਸੀ। ਉਸਦੇ ਰੋਕਣ ਤੇ ਦੋਹਾਂ ਨੇ ਉਸਦੀ ਕੁੱਟਮਾਰ ਕੀਤੀ, ਜਿਸ ਕਾਰਨ ਜਗਸੀਰ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ, ਜੋ ਕਿ ਕੁਝ ਦਿਨ ਪਹਿਲਾਂ ਸਵੇਰ ਸਮੇਂ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਸਾਨੂੰ ਥਾਣਾ ਘੱਗਾ ਤੋਂ ਫੋਨ ਆਇਆ ਕਿ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਭਾਖੜਾ ਨਹਿਰ ਦੇ ਵਿੱਚ ਮਿਲੀ ਹੈ। ਥਾਣਾ ਮੁਖੀ ਘੱਗਾ ਅਜੇ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਮਨਪ੍ਰੀਤ ਕੌਰ ਤੇ ਗੁਰਪਿਆਰ ਸਿੰਘ ਵਾਸੀ ਦੇਦਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਸਥਿਤੀ ਦਾ ਪਤਾ ਲੱਗ ਜਾਵੇਗਾ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। उधर प्रधानमंत्री मोदी इस समय साल 2022 की अपनी पहली विदेश यात्रा ते ने। यूरोप की यात्रा के दौरान PM मोदी सोमवार को बर्लिन पहुंचे, जिथे भारतीय भाईचारे के मैंबरों ने भाईचारक समागम के दौरान प्रधानमंत्री मोदी के संबोधन की उड़ीक करदਿਆਂ 2024 मोदी वंस मोर का नारा लगाया। 2024 मोदी वंस मोर का नारा उदों गूंजिया जदों एक ऑडिटोरीयम के इकट्ठे हुए लोगों ने ताड़ियां मारियां ते भारतीय झंडे लहराए। इस दौरान प्रधानमंत्री मोदी ने कई देशों के डायस्पोरा समागमां नूं संबोधन किया। PM मोदी ने संबोधन के दौरान कहा कि मैं तुहाडे नाल ਕਰੋੜਾਂ ਭਾਰਤੀਆਂ ਦੀਆਂ ਸਮਰੱਥਾਵਾਂ ਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਅਤੇ ਉਹਨਾਂ ਦੀ ਗੁਣਗਾਨ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਕਰੋੜਾਂ ਭਾਰਤੀਆਂ ਦੀ ਗੱਲ ਕਰਦਾ ਹਾਂ ਤਾਂ ਇਸ ਦੇ ਵਿੱਚ ਸਿਰਫ ਉੱਥੇ ਰਹਿਣ ਵਾਲੇ ਲੋਕ ਹੀ ਨਹੀਂ, ਸਗੋਂ ਇੱਥੇ ਰਹਿਣ ਵਾਲੇ ਲੋਕ ਵੀ ਸ਼ਾਮਲ ਹੁੰਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਰਹਿਣ ਵਾਲੀ ਮਾਂ ਭਾਰਤੀ ਦੇ ਸਾਰੇ ਬੱਚੇ ਸ਼ਾਮਲ ਨੇ। ਭਾਰਤ ਨੇ ਲੋਕਾਂ ਦੇ ਇੱਕ ਬਟਨ ਦਬਾ ਕੇ ਪਿਛਲੇ 3 ਦਹਾਕਿਆਂ ਦੇ ਸਿਆਸੀ ਤੌਰ ਤੇ ਅਸਥਿਰ ਮਾਹੌਲ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ PM ਮੋਦੀ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਸੁਧਾਰਾਂ ਰਾਹੀਂ ਦੇਸ਼ ਨੂੰ ਬਦਲ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸੁਧਾਰਾਂ ਦੇ ਲਈ ਰਾਜਨੀਤਿਕ ਇੱਛਾ ਦੀ ਲੋੜ ਹੁੰਦੀ ਹੈ ਤੇ ਅੱਜ ਭਾਰਤ ਜੀਵਨ ਦੀ ਗੁਣਵੱਤਾ, ਸਿੱਖਿਆ ਦੀ ਗੁਣਵੱਤਾ ਤੇ ਹੋਰ ਸਾਰੇ ਖੇਤਰਾਂ ਦੇ ਵਿੱਚ ਅੱਗੇ ਵਧ ਰਿਹਾ ਹੈ। ਦੇਸ਼ ਨੌਕਰਸ਼ਾਹੀ ਸਰਕਾਰੀ ਦਫ਼ਤਰ ਉਹੀ ਹਨ, ਹੁਣ ਸਾਨੂੰ ਬਿਹਤਰ ਨਤੀਜੇ ਮਿਲ ਰਹੇ ਨੇ। उधर मंगलवार ਨੂੰ देश भर ਦੇ ਵਿੱਚ ईद उल फितर ਦਾ ਤਿਉਹਾਰ ਮਨਾਇਆ ਜਾ ਰਿਹਾ। ਰਮਜ਼ਾਨ ਦੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਮਨਾਏ ਗਏ ਪਵਿੱਤਰ ਮਹੀਨੇ ਦੇ ਰੋਜ਼ੇ ਦੀ ਸਮਾਪਤੀ ਹੋ ਗਈ ਹੈ ਤੇ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਈਦ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਇਹ ਤਿਉਹਾਰ 3 ਮਈ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਈਦ ਉਲ ਫਿਤਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਮੀਦ ਪ੍ਰਗਟਾਈ ਹੈ ਕਿ ਇਹ ਸ਼ੁਭ ਅਵਸਰ ਦੇਸ਼ ਦੀ ਏਕਤਾ ਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਕਿ ਈਦ ਉਲ ਫਿਤਰ ਦੀਆਂ ਸ਼ੁਭਕਾਮਨਾਵਾਂ। ਇਹ ਸ਼ੁਭ ਤਿਉਹਾਰ ਸਾਡੇ ਸਮਾਜ ਦੇ ਵਿੱਚ ਏਕਤਾ ਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏ, ਸਾਰਿਆਂ ਨੂੰ ਚੰਗੀ ਤਰ੍ਹਾਂ ਖੁਸ਼ਹਾਲੀ ਦਾ ਆਸ਼ੀਰਵਾਦ ਮਿਲੇ। ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਦੇ ਮੁਸਲਮਾਨਾਂ ਦੇ ਵੱਲੋਂ ਮਨਾਇਆ ਜਾਣ ਵਾਲਾ ਈਦ ਇੱਕ ਵਿਸ਼ੇਸ਼ ਧਾਰਮਿਕ ਤਿਉਹਾਰ ਹੈ। ਇਹ ਰੋਜ਼ੇ ਦੇ ਇਸਲਾਮੀ ਪਵਿੱਤਰ ਮਹੀਨੇ ਰਮਜ਼ਾਨ ਦੇ ਖਤਮ ਹੋਣ ਦਾ ਪ੍ਰਤੀਕ ਹੈ। ਨਵਾਂ ਚੰਨ ਦਿਖਣ ਦੇ ਆਧਾਰ ਤੇ ਹੀ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਦਿਨਾਂ ਵਿੱਚ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਹੀਨੇ ਭਰ ਦੇ ਰੋਜ਼ੇ ਦੌਰਾਨ ਸ਼ਕਤੀ ਤੇ ਧੀਰਜ ਪ੍ਰਦਾਨ ਕਰਨ ਦੇ ਲਈ ਅੱਲਾਹ ਦਾ ਧੰਨਵਾਦ ਕਰਨ ਦੇ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਨਹੀਂ, ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।